ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੀ ਜੋ ਫਰਦਰ MCQ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਨੂੰ ਅੱਗੇ ਵਧਾਵਾਂਗੇ। ਤਾਂ ਜਿਨ੍ਹਾਂ ਬੱਚਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਸਕਦੇ ਨੇ। ਕੰਪਿਊਟਰ ਜੋ ਕਿ ਆਉਣ ਵਾਲੇ ਪੇਪਰਾਂ ਦੇ ਵਿੱਚ 15 ਤੋਂ 20 ਨੰਬਰ ਦਾ ਹਰ ਇੱਕ ਪੰਜਾਬ ਦੇ ਪੇਪਰਾਂ ਦੇ ਵਿੱਚ ਦੇਖਿਆ ਹੀ ਜਾਂਦਾ ਜੀ। ਤਾਂ ਬਹੁਤ ਇਹ ਇੱਕ ਕ੍ਰੂਸ਼ਲ ਪਾਰਟ ਬਣ ਚੁੱਕਿਆ ਹੈ ਐਗਜ਼ਾਮਸ ਦਾ। ਅਤੇ ਤੁਸੀਂ ਚੰਗੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰੇ ਕੁਐਸਚਨ ਅੱਛੇ ਲੈਵਲ ਦੇ ਦੇਖੋਗੇ। ਤਾਂ ਆਪਣੀ ਜਿਹੜੀ ਅਕੈਡਮੀ ਹੈ ਉਹ ਆਫਲਾਈਨ ਵੀ ਤਿਆਰੀ ਕਰਵਾਉਂਦੀ ਹੈ। ਤਾਂ ਕੁਐਰੀ ਹੈ ਜੋ ਬੱਚੇ ਲੈ ਸਕਦੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਿਆ ਹੈ ਜੀ। ਠੀਕ ਹੈ, ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਇੰਟੀਗ੍ਰੇਟਡ ਸਰਕਟਸ ਆਰ ਰਿਲੇਟਡ ਟੂ ਵਿਚ ਜਨਰੇਸ਼ਨ ਆਫ ਕੰਪਿਊਟਰਸ। ਵੀ ਜਿਹੜੀਆਂ IC ਚਿਪਸ ਨੇ ਉਹ ਕਿਹੜੀ ਜਨਰੇਸ਼ਨ ਦੀਆਂ ਇਹ ਕੰਪਿਊਟਰ ਦੇ ਵਿੱਚ ਯੂਜ਼ ਹੋਈਆਂ। ਤਾਂ ਦੇਖੋ ਜੀ, ਜਿਹੜਾ ਇਹਦਾ ਸਹੀ ਆਨਸਰ ਹੈਗਾ ਜੀ ਉਹ ਹੈਗਾ ਤੁਹਾਡਾ C, 3rd ਜਨਰੇਸ਼ਨ ਦੇ ਵਿੱਚ IC ਚਿਪਸ ਨੇ ਜਿਹੜੀਆਂ ਉਹ ਯੂਜ਼ ਕਰਨ ਲੱਗ ਗਏ ਸੀ ਆਪਾਂ। ਠੀਕ ਹੈ, ਤਾਂ ਸਿੱਧੀ ਜਿੱਥੇ ਇੱਕ ਗੱਲ ਸਮਝੋ, ਕੰਪਿਊਟਰ ਦੀਆਂ ਟੋਟਲ ਪੇਪਰ 'ਚ ਪੁੱਛੇ ਕਿੰਨੀਆਂ ਜਨਰੇਸ਼ਨਸ ਨੇ ਜਿਹੜੀਆਂ ਉਹ, ਤਾਂ ਉਹ 5 ਜਨਰੇਸ਼ਨਸ ਆਪਾਂ ਪੜ੍ਹੀਆਂ ਗ੍ਰੈਜੂਏਸ਼ਨ ਦੇ ਵਿੱਚ। ਜਿਨ੍ਹਾਂ ਬੱਚਿਆਂ ਨੇ BCA ਵਗੈਰਾ ਜਾਂ BSc ਕੰਪਿਊਟਰ ਦੀ ਕੀਤੀ ਹੋਊਗੀ ਤਾਂ 5 ਜਨਰੇਸ਼ਨਾਂ ਨੇ ਜੀ। ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਫਸਟ ਜਨਰੇਸ਼ਨ, ਫਿਰ ਸੈਕਿੰਡ ਜਨਰੇਸ਼ਨ, ਫਿਰ ਥਰਡ, ਫਿਰ ਫੋਰਥ, ਫਿਰ ਫਿਫਥ। ਠੀਕ ਹੈ ਜੀ, ਤਾਂ ਪੇਪਰ ਦੇ ਵਿੱਚ ਤੁਹਾਨੂੰ ਈਅਰ ਵੀ ਪੁੱਛ ਸਕਦੇ ਨੇ। ਤਾਂ ਕਈ ਕਿਤਾਬਾਂ ਦੇ ਵਿੱਚ ਈਅਰ ਮਤਲਬ ਕੁਛ ਹੋਰ ਦਿੱਤੇ ਹੋਏ ਨੇ, ਕਈਆਂ 'ਚ ਹੋਰ ਦਿੱਤੇ ਹੋਏ ਨੇ। ਠੀਕ ਹੈ, ਤਾਂ ਮਤਲਬ ਆਪਾਂ ਅਪਰੋਕਸੀਮੇਸ਼ਨ ਜੇ ਰੱਖਦੇ ਹੁੰਦੇ ਹਾਂ 1942 ਤੋਂ ਲੈ ਕੇ 1955 ਫਸਟ ਜਨਰੇਸ਼ਨ ਸੀ ਜੀ। 1955 ਤੋਂ ਲੈ ਕੇ 1964 'ਚ ਸੈਕਿੰਡ ਜਨਰੇਸ਼ਨ ਸੀ ਜੀ। ਠੀਕ ਹੈ, ਥਰਡ ਜਨਰੇਸ਼ਨ ਕਦੋਂ ਤੋਂ ਕਦੋਂ ਤੱਕ ਸੀ ਜੀ? 64 ਤੋਂ ਲੈ ਕੇ 75 ਤੱਕ ਸੀਗੀ ਜੀ, 1975 ਤੱਕ। ਫਿਰ 75 ਤੋਂ 99। ਠੀਕ ਹੈ ਜੀ, ਫਿਰ 99 ਤੋਂ ਪ੍ਰੈਜੈਂਟ ਜਿਹੜਾ ਹੁਣ ਜਨਰੇਸ਼ਨ ਚੱਲ ਰਹੀ ਹੈ ਉਹ 5th ਜਨਰੇਸ਼ਨ ਚੱਲ ਰਹੀ ਹੈ ਜੀ। ਠੀਕ ਹੈ, ਤਾਂ ਯਾਦ ਰੱਖਣਾ ਹੈ, ਇੰਪੋਰਟੈਂਟ ਹੈ, ਪੇਪਰ 'ਚ ਪੁੱਛਿਆ ਜਾਂਦਾ ਹੈ। ਪਹਿਲੀ ਜਨਰੇਸ਼ਨ ਦੇ ਵਿੱਚ ਕੀ ਹੈ ਜੀ? ਵੈਕਿਊਮ ਟਿਊਬਸ ਯੂਜ਼ ਕੀਤੀਆਂ ਜਾਂਦੀਆਂ ਸੀ। ਮੈਂ ਸ਼ਾਰਟ ਦੇ ਵਿੱਚ ਲਿਖੂੰਗਾ ਵੈਕਿਊਮ ਟਿਊਬਸ। ਪੇਪਰ 'ਚ ਪੁੱਛ ਸਕਦਾ ਵੈਕਿਊਮ ਟਿਊਬ ਕਿਹੜੀ ਜਨਰੇਸ਼ਨ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸੀ, ਤਾਂ ਤੁਸੀਂ ਕਹੋਗੇ ਜੀ ਫਸਟ ਜਨਰੇਸ਼ਨ ਦੇ ਵਿੱਚ। ਸੈਕਿੰਡ ਜਨਰੇਸ਼ਨ ਦੇ ਵਿੱਚ ਕੀ ਟੈਕਨੀਕ ਆ ਗਈ ਸੀਗੀ ਜੀ? ਸੈਕਿੰਡ ਜਨਰੇਸ਼ਨ ਦੇ ਵਿੱਚ ਜੀ ਕੀ ਆ ਗਏ ਸੀਗੇ? ਟਰਾਂਜਿਸਟਰਸ ਆ ਗਏ ਸੀਗੇ। ਠੀਕ ਹੈ, ਥਰਡ ਦੇ ਵਿੱਚ ਫਿਰ ਤੁਹਾਨੂੰ ਦੱਸ ਹੀ ਚੁੱਕਿਆ ਜੀ ਮੈਂ, IC ਚਿਪਸ, ਇੰਟੀਗ੍ਰੇਟਡ ਸਰਕਟ ਚਿਪਸ ਆ ਗਈਆਂ ਸੀਗੀਆਂ ਜੀ। ਠੀਕ ਹੈ, ਫੋਰਥ ਜਨਰੇਸ਼ਨ ਦੇ ਵਿੱਚ ਮਾਈਕਰੋ ਪ੍ਰੋਸੈਸਰ ਆ ਗਿਆ ਸੀਗਾ ਜੀ। ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਉਹ ਚੱਲ ਰਹੀ ਹੈ ਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ। ਠੀਕ ਹੈ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਠੀਕ ਹੈ ਜੀ, ਹੁਣ ਪਹਿਲੀ ਜਨਰੇਸ਼ਨ ਦੇ ਵਿੱਚ ਜਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ ਉਹ ਯੂਜ਼ ਕੀਤੀ ਜਾਂਦੀ ਸੀ ਜੀ ਮਸ਼ੀਨ ਲੈਂਗੁਏਜ। ਪੇਪਰ 'ਚ ਬਹੁਤ ਪੁੱਛਿਆ ਜਾਂਦਾ ਹੈ ਕਿ ਫਸਟ ਜਨਰੇਸ਼ਨ ਜਿਹੜੇ ਕੰਪਿਊਟਰ ਨੇ ਉਹ ਕਿਹੜੀ ਲੈਂਗੁਏਜ ਯੂਜ਼ ਕਰਦੇ ਸੀ, ਤਾਂ ਤੁਸੀਂ ਕਹੋਗੇ ਜੀ ਮਸ਼ੀਨ ਲੈਂਗੁਏਜ। ਠੀਕ ਹੈ, ਇਹਨੂੰ ਆਪਾਂ ਹੋਰ ਕਿਹੜੇ ਨਾਂ ਨਾਲ ਜਾਣਦੇ ਹਾਂ ਜੀ? ਬਾਈਨਰੀ ਲੈਂਗੁਏਜ ਵੀ ਕਹਿੰਦੇ ਹਾਂ, ਜਿਵੇਂ 0 ਅਤੇ 1। ਠੀਕ ਹੈ, ਧਿਆਨ ਰੱਖਣਾ, ਇੰਪੋਰਟੈਂਟ ਗੱਲ ਹੈ। ਦੂਜੀ ਜਨਰੇਸ਼ਨ ਦੇ ਵਿੱਚ ਕੀ ਆ ਗਿਆ ਜੀ ਤੁਹਾਡਾ? ਹਾਈ ਲੈਵਲ ਲੈਂਗੁਏਜਸ ਮਤਲਬ ਆ ਗਈਆਂ ਸੀਗੀਆਂ ਸੈਕਿੰਡ ਜਨਰੇਸ਼ਨ ਦੇ ਵਿੱਚ। ਤਾਂ ਪੇਪਰ 'ਚ ਪੁੱਛ ਸਕਦੇ ਨੇ ਕਿ ਪਹਿਲੀ ਹਾਈ ਲੈਵਲ ਲੈਂਗੁਏਜ ਕਿਹੜੀ ਸੀ, ਤਾਂ ਤੁਸੀਂ ਕਹੋਗੇ ਜੀ ਫੋਰਟਰੈਨ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਯਾਦ ਰੱਖਿਓ ਫੋਰਟਰੈਨ। ਤਾਂ ਬਹੁਤੇ ਬੱਚੇ ਨਾਮ ਸੁਣ ਕੇ ਥੋੜ੍ਹਾ ਜਿਹਾ ਡਰਦੇ ਨੇ, ਤਾਂ ਇਹ ਔਖੀ ਗੱਲ ਨਹੀਂ ਹੈਗੀ। ਜਿਵੇਂ ਜਿਵੇਂ ਤੁਸੀਂ ਕਰੀ ਜਾਓਗੇ ਰਿਵੀਜ਼ਨ, ਮੈਂ ਕਰਵਾਉਂਦਾ ਰਹੂੰਗਾ, ਤਾਂ ਤੁਸੀਂ ਉਵੇਂ ਕਰੀ ਚੱਲਿਓ। ਫੋਰਟਰੈਨ ਹੈ ਜਿਹੜੀ ਉਹ ਫਸਟ ਹਾਈ ਲੈਵਲ ਲੈਂਗੁਏਜ ਸੀਗੀ ਜਿਹੜੀ ਸੈਕਿੰਡ ਜਨਰੇਸ਼ਨ ਦੇ ਵਿੱਚ ਯੂਜ਼ ਕੀਤੀ ਗਈ। ਠੀਕ ਹੈ, ਇਸ ਤੋਂ ਇਲਾਵਾ ਇੱਕ ਲੈਂਗੁਏਜ ਹੋਰ ਹੈ ਜੀ ਜਿਹਦਾ ਨਾਮ ਹੈਗਾ ਜੀ ਕਬੋਲ। ਠੀਕ ਹੈ, ਪੇਪਰ 'ਚ ਬਹੁਤ ਪੁੱਛਦੇ ਨੇ ਕਿ ਫੋਰਟਰੈਨ ਅਤੇ ਕਬੋਲ ਦੋਨੇ ਕਿਹੜੀਆਂ ਜਨਰੇਸ਼ਨ ਦੀਆਂ ਲੈਂਗੁਏਜਸ ਨੇ, ਤਾਂ ਤੁਸੀਂ ਕਹੋਗੇ ਜੀ ਸੈਕਿੰਡ ਜਨਰੇਸ਼ਨ ਦੀਆਂ ਲੈਂਗੁਏਜਸ ਨੇ। ਫੋਰਟਰੈਨ ਦੀ ਫੁੱਲ ਫਾਰਮ ਮੈਂ ਦੱਸ ਦਿੰਦਾ ਤੁਹਾਨੂੰ ਜੀ, ਫਾਰਮੂਲਾ ਟਰਾਂਸਲੇਸ਼ਨ। ਠੀਕ ਹੈ, ਪੁੱਛਦੇ ਨੇ ਪੇਪਰ ਦੇ ਵਿੱਚ ਫਾਰਮੂਲਾ ਟਰਾਂਸਲੇਸ਼ਨ। ਕਬੋਲ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਠੀਕ ਹੈ, ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ ਹੈ। ਠੀਕ ਹੈ, ਕਬੋਲ ਦੀ ਫੁੱਲ ਫਾਰਮ। ਹੁਣ ਪੇਪਰ 'ਚ ਤੁਹਾਨੂੰ ਪੁੱਛ ਲੈਣਗੇ ਫਾਰਮੂਲਾ ਜਿਹੜੀ ਫਾਰਮੂਲਾ ਟਰਾਂਸਲੇਸ਼ਨ ਜਿਹੜੀ ਲੈਂਗੁਏਜ ਹੈ ਇਹ ਕਿਹਨੇ ਫਾਈਂਡ ਕੀਤੀ ਹੈ, ਕਿਹਨੇ ਡਿਸਕਵਰ ਕੀਤੀ ਹੈ। ਠੀਕ ਹੈ ਜੀ, ਤਾਂ ਪੁੱਛ ਸਕਦੇ ਨੇ ਨਾਮ, ਤਾਂ ਤੁਸੀਂ ਕਹੋਗੇ ਜੀ ਜੌਹਨ ਬਰਕਸ। ਇੰਪੋਰਟੈਂਟ ਹੈ ਜੀ, ਪੇਪਰ ਦੇ ਵਿੱਚ ਪੁੱਛਿਆ ਜਾਊਗਾ ਜੌਹਨ ਬਰਕਸ। ਠੀਕ ਹੈ ਜੀ, ਫੋਰਟਰੈਨ ਜਿਹੜੀ ਲੈਂਗੁਏਜ ਹੈ ਕਿਹਨੇ ਫਾਈਂਡ ਕੀਤੀ? ਜੌਹਨ ਬਰਕਸ। ਕਬੋਲ ਹੈ ਜਿਹੜੀ ਉਹ ਕਿਹਨੇ ਕੀਤੀ ਜੀ? ਗ੍ਰੇਸ GRASE ਹੋਪਰ, ਗ੍ਰੇਸ ਹੋਪਰ। ਠੀਕ ਹੈ, ਯਾਦ ਰੱਖਿਓ, ਰਿਵੀਜ਼ਨ ਕਰੀ ਜਾਓਗੇ ਤਾਂ ਯਾਦ ਹੋ ਹੀ ਜਾਊਗਾ।
ठीक है। तो मैं तुहानूं सारा दस चुकिया जी फस्ट जनरेशन बारे, सैकेंड जनरेशन बारे, थर्ड जनरेशन बारे। हुण मैं तुहानूं दस्सिया जी IC चिप्स। IC चिप्स आर कोटेड विद पेपर च बहुत एक इंपॉर्टेंट क्वेश्चन पूछा जाता है जी कि IC चिप्स ने जिहड़ियां ओह काहदे नाल कोट कीतियां हुंदियां ने, तो तुसीं कहोगे जी सिलीकॉन। इंपॉर्टेंट क्वेश्चन है जी IC चिप्स आर कोटेड विद, तो तुसीं कहोगे जी सिलीकॉन। ठीक है। सिलीकॉन तो मैनूं याद आया सिलीकॉन सिटी किहड़े शहर नूं कहा जाता है वर्ल्ड दे विच, तो वो कहा जाता है जी कैलीफोरनिया नूं। ठीक है। कैलीफोरनिया नूं की कहा जाता है जी सिलीकॉन सिटी कहा जाता है, या सिलीकॉन वैली कहा जाता है। इंडिया के विच किहनूं कहा जाता है सिलीकॉन सिटी, तो वो कहा जाता है जी बेंगलौर नूं। ठीक है। इंपॉर्टेंट है, पेपर के विच पूछा जाता है। सैकेंड क्वेश्चन तो आना जी सैट ऑफ फ्लिप फ्लॉप्स इंटीग्रेटेड इज कॉल्ड। फ्लिप फ्लॉप्स के सैट नूं की कहा जाता है, तो बहुत इंपॉर्टेंट क्वेश्चन है, पेपर च पूछा जाता है जी। तो रजिस्टर कहा जाता है जी। सी ऑप्शन इसका की है जी सही आंसर है। ठीक है। फ्लिप फ्लॉप की होंदा जी एक तरह का मतलब आप कह दईए ना जिन्होंने बच्चों ने कंप्यूटर पढ़िया हुआ इनपुट देने आप तो वो दो तरह दी आउटपुट्स आउंदियां ने। ठीक है। एक नॉर्मल आउटपुट आउंदी हुंदी है, एक तुहाडी इनवर्टड आउटपुट आउंदी है। ठीक है। तो आप डिटेल च नहीं जाते, आपको पुछते नहीं है पेपर के विच, तो बस तुसीं याद रखना है सैट ऑफ फ्लिप फ्लॉप्स इज कॉल्ड रजिस्टर। ठीक है जी, तो याद रखियो। हुण रजिस्टर तो मैनूं एक गल होर याद आई, पेपर के विच पुछदे ने कि सारिਆਂ नालों फास्ट मैमरी जिहड़ी हैगी आ ओह किहड़ी मैमरी है, तो तुसीं कहोगे जी रजिस्टर मैमरी। ठीक है। रजिस्टर मैमरी है जिहड़ी ओह फास्ट है, ध्यान रखियो। पर कई बार ऑप्शन के विच रजिस्टर नहीं हुंदा। ठीक है। तो तुसीं फिर ऑप्शन तुहानूं की मिलूगा, तो फिर मिलूगा जी कैचे मैमरी। ठीक है। कई कैशे बोलते हैं, कई कैचे बोलते हैं। ठीक है। बोलन नूं कुछ मर्जी मतलब प्रोनाउंस करी चलो, आपां नूं अपने क्वेश्चन तक मतलब है। ठीक है। क्वेश्चन मैं की दस्सिया जी, देखो जे तो पूछे पेपर के सारे नालों फास्ट मैमरी की है किहड़ी है, तो जे ऑप्शन च पिया होया रजिस्टर, तो तुसीं कहोगे जी रजिस्टर मैमरी फास्ट है, तुसीं ये टिक करके आओगे। जे रजिस्टर मैमरी ऑप्शन के विच नहीं हैगा, तो तुसीं किहदे ला के आउणा जी कैचे मैमरी ते ला के आउणा जी। ठीक है। वन निबल इज इक्वल टू, ये क्वेश्चन बहुत बच्चों को उलझाउंदा जी। ठीक है। कदे वो की पाउंदा जी एक बिट किन्ने दे बराबर हुंदी है, एक बिट दे विच किन्ने बाइट्स हुंदे ने, एक बाइट दे विच किन्नियां बिट्स हुंदियां ने। ठीक है। तो ध्यान रखियो। देखो जी इहदा जिहड़ा सही आंसर है जी वो हैगा सी ऑप्शन। एक निबल दे विच जी 4 बिट्स हुंदियां ने। ठीक है। एक निबल दे विच की हुंदा जी 4 जिहड़ियां हुंदियां ने बिट्स हुंदियां ने। ठीक है। हुण पेपर च तुहानूं पुछे एक बाइट दे विच किन्नियां बिट्स हुंदियां ने, तो तुसीं कहोगे जी 8 बिट्स हुंदियां ने। ठीक है। क्वेश्चन किवें भी बना सकदा हो। ठीक है। ध्यान रखियो एक निबल दे विच 4 बिट्स हुंदियां ने। ठीक है। इन्नी गल क्लीयर है। एक बाइट दे विच किन्नियां बिट्स हुंदियां ने 8 बिट्स हुंदियां ने। हुण इत्थों क्वेश्चन बना लिओ एक बाइट दे विच किन्ने निबल्स हुंदे ने, क्योंकि एक निबल 4 बिट के बराबर हुंदा है, एक बाइट के विच बिट्टां किन्नियां हुंदियां ने 8 हुंदियां ने, तो फिर 2 निबल की है जी एक बाइट के बराबर ने। ठीक है। ध्यान रखियो इंपॉर्टेंट गल है जी। ठीक है जी। तो देखो जी जिवें आपां साइज़ कह दईए KB हुंदा जी, KB तो बाद की हुंदा जी MB हुंदा है। ठीक है। फिर GB हुंदा है, फिर TB हुंदा है। ठीक है जी। फिर PB हुंदा है जी। ठीक है। फिर EB हुंदा है, फिर ZB हुंदा है, फिर YB हुंदा है। ठीक है। इनू नंबर नहीं खिंचते आपां, तो याद रखियो इंपॉर्टेंट है जी। ठीक है। हार्ड डिस्क इज कोटेड विद बोथ साइड्स विद, तो यह भी पेपर के बहुत क्वेश्चन है जो पूछा जाता है। हार्ड डिस्क है जी बोथ साइड कहदे कोट की होंगी है, तो वह की होंगी है जी मैगनैटिक मटैलिक कोड। वन लाइनर ने कंप्यूटर के पेपर च एज इट इज़ ही आ जाते हैं ये मैगनैटिक मटैलिक कोड। ठीक है जी। तो हम मैं तुम्हें कोटेड विद के नाल की है इस तरह के क्वेश्चन के नाल 3 क्वेश्चन कराउणा जी पैरलल, तुसीं तिन्ने इकट्ठे याद रखने। किवें पेपर च तुहानूं पुछ ले मैगनैटिक डिस्क इज कोटेड विद, तो तुसीं कहोगे जी आयरन ऑक्साइड। इन्नी गल क्लीयर है जी। दूजा क्वेश्चन पूछ ले IC चिप्स आर कोटेड विद, तो तुसीं कहोगे जी सिलीकॉन। ठीक है। एज इट इज़ पेपर के आउंदे ने सिलीकॉन। ठीक है। तीजा क्वेश्चन पूछ ले हार्ड डिस्क इज कोटेड विद, तो वो होगी जी मैगनैटिक मटैलिक कोड। ठीक है। इंपॉर्टेंट है जी मैगनैटिक मटैलिक कोड के नाल की है जी ये कोट की होंगी है हार्ड डिस्क। ठीक है जी। हार्ड डिस्क सारिਆਂ ने की है जी देखी होगी जिन्हों के कोल कंप्यूटर है CPU के
बेसिकली एक वड्डी सारी ना जिवें आपां कह दईए VCR वाली CD हुंदी है ना उस तरह की हुंदी है, ठीक है। उहदे विच बेसिकली डिस्कस हुंदियां ने, हार्ड डिस्क दे विच भी की है जी बेसिकली डिस्क पाईआं हुंदियां ने लाइन वाइज, ठीक है। तो ध्यान रखियो, ठीक है जी। इदों इलावा मैं तुहानूं होर दस सकदा, की दस सकदा जी, फ्लॉपी डिस्क, ठीक है, फ्लॉपी डिस्क, ठीक है। इंटरनेट पर सर्च करके तुसीं इमेज इहदी देख सकते हो। बेसिकली ना इस तरह जी हुंदी है जिवें आपां कह दईए एक चौरस कोई चीज़ है प्लास्टिक की, उहदे विच ना इस तरह हुंदी है। तो पेपर च तुहानूं इमेज नहीं पुछूगा, तुहानूं क्वेश्चन की बना सकदा है। फ्लॉपी डिस्क के ना 3 साइज़ हुंदे ने बेसिकली, किहड़े किहड़े? एक जी 3.5 इंच की हुंदी है जी, 3.5 इंच पेपर च पुछ सकदा है, ठीक है। एक हुंदी है जी 5.25 इंच की, 5 सही 1/4 इंच की, ठीक है। एक हुंदी है जी तुहाडी 8 इंच की, ठीक है। तो ध्यान रखियो 3.25 इंच मतलब 3.5 इंच, ठीक है, सॉरी 3.5 इंच, ठीक है, 5.25 इंच ਜਾਂ 5 सही 1/4 इंच ਐਂ याद रख लो, तो एक 8 इंच की, ठीक है। द प्रोग्राम्स विच आर एज परमानेंट एज हार्डवेयर एंड स्टोर्ड इन रोम इज़ नोन एज। तो बहुत सिंपल क्वेश्चन है जी ये, ठीक है। तो इसका जो सही आंसर है जी वो है सी ऑप्शन फर्मवेयर, ठीक है। सी ऑप्शन इसका सही आंसर है जी फर्मवेयर। देखो जी फर्मवेयर की होंगे जी बेसिकली ये रोम की एग्जाम्पल आ, ठीक है। दो तरह दी मैमरीज होंदियां ने, रैम तो रोम। रोम की होंगी है जी रीड ओनली मैमरी, रैम की होंगी है रैंडम एक्सैस मैमरी, ठीक है जी। हुण मैं तुहानूं पहलां फर्मवेयर बारे थोड़ा जिहा क्लीयर कराउणा। जदों असीं किसी चिप दे उत्ते, ठीक है जी, किसी चिप के उत्ते कोई भी इंस्ट्रक्शनस मतलब आपका सॉफ्टवेयर अपलोड कर दईए तो उन्होंने कहते हैं फर्मवेयर, ठीक है जी। जो आपां किसी नॉर्मली चिप के उत्ते कोई सॉफ्टवेयर इंस्टॉल कर दईए तो वह की हो जाता जी फर्मवेयर हो जाता है। क्लीयर है जी गल। तो रोम है जिहड़ा वो की है जी नॉन वॉलाटाइल है, नेचर के विच की है जी रोम नॉन वॉलाटाइल है। रैम की है जी वॉलाटाइल है। वॉलाटाइल तो नॉन वॉलाटाइल का फर्क की होंगे जी? वॉलाटाइल की है जी जो मतलब आप अपनी पावर सप्लाई ऑफ कर दें तो सारा डाटा की हो जाता जी अरेज हो जाता है, तो ये रैम के होंगे जी, ठीक है। तो रोम के की है जी ये नॉन वॉलाटाइल है, मतलब ये जो आप पावर सप्लाई ऑफ कर दिए तो साडा डाटा अरेज नहीं होंदा। इन्नी गल क्लीयर है जी। हार्डवेयर है जी तो सॉफ्टवेयर है। हार्डवेयर की होंगे जी जिन्होंं आप टच कर सकते हैं, जिमें आप कह दिए अपना माउस की है जी अपनी हार्डवेयर की कैटेगरी के आता है, कीबोर्ड हार्डवेयर की कैटेगरी के आता है, प्रिंटर, ठीक है। तो सॉफ्टवेयर किहड़े होंगे ने जी जिन्होंने असीं की है जी छू नहीं सकते, मतलब टच नहीं कर सकते, वो होंगे सॉफ्टवेयर। जिमें हुण देखो तुहाडा MS एक्सल है, ये की है जी सॉफ्टवेयर है। MS वर्ड है की है जी सॉफ्टवेयर है। विंडो की है जी ये भी एक तरह का सॉफ्टवेयर है, ठीक है जी। काम किहदे नाल मिल के करते हैं ये? हार्डवेयर के नाल। यही है सो जो अपना हुण विंडो आ आप उन्ना चिर ऑपरेट नहीं कर सकते, कोई भी फरदर अगे MS वर्ड खोलना मान लो आप करांगे कहदे नाल यूज़ करते हैं, कोई भी आप टाइप करना वो कीबोर्ड के नाल टाइप करांगे तो मतलब डिपेंडेंट है, ठीक है जी। तो सॉफ्टवेयर 3 तरह के हो सकते हैं, किहड़े किहड़े? सिस्टम सॉफ्टवेयर, दूजा जी एप्लीकेशन सॉफ्टवेयर, ठीक है जी। तीजा है यूटिलिटी सॉफ्टवेयर, ठीक है, ध्यान रखियो, ठीक है जी। सिस्टम सॉफ्टवेयर, एप्लीकेशन सॉफ्टवेयर तो यूटिलिटी सॉफ्टवेयर। सिस्टम सॉफ्टवेयर मतलब जेडे सिस्टम की नीड ने, ठीक है जी। सिस्टम की नीड है वो किहड़े होंगे ने? सिस्टम सॉफ्टवेयर। जिवें आप कह दिए ऑपरेटिंग सिस्टम, ठीक है। ऑपरेटिंग सिस्टम की है जी ऑपरेटिंग सिस्टम बिना अपना कंप्यूटर जिहड़ा वो नहीं चलूगा। कंप्यूटर विल नॉट स्टार्ट इफ इट डज नॉट हैव ऑपरेटिंग सिस्टम। क्लीयर है जी गल। कंप्यूटर नहीं चलूगा जेकर उहदे विच ऑपरेटिंग सिस्टम नहीं हैगा। हुण फोन है जी, फोन भी अजकल की एक तरह के कंप्यूटर ही बन चुके हैं, हर एक एप्लीकेशन उन्होंने विच हैगी है, तो उहदे विच भी सॉफ्टवेयर काम करता है, ऑपरेटिंग सिस्टम काम करता है। हुण तुहाडा फोन की है जे असीं स्विच ऑफ कर लीए, स्विच ऑफ करके दोबारे चलाइए तो उन्होंने समा लगता थोड़ा जिहा ऑपरेट करन नूं, वो हैंग जिहा होई जांदा रहिंदा। तो इसदा मतलब की है उहदा ऑपरेटिंग सिस्टम है हजे थोड़ा जिहा वर्क करन नहीं लग्गिया, तो वो थोड़े क समय बाद की है जी साडा जिहड़ा फोन है आपकी जिहड़ी स्पीड है वो फड़ लैंदा है, ठीक है जी। तो ध्यान रखियो सिस्टम सॉफ्टवेयर की एग्जाम्पल कि है जी ऑपरेटिंग सिस्टम। एप्लीकेशन सॉफ्टवेयर की है जी जिहदे बिना आपां नूं नहीं सरदा, जिवें आपां कह दईए वर्ड, माइक्रोसॉफ्ट वर्ड, माइक्रोसॉफ्ट एक्सल, ठीक है, माइक्रोसॉफ्ट पावर पॉइंट, ये की दी एग्जाम्पल ने जी एप्लीकेशन सॉफ्टवेयर दियाँ एग्जाम्पल ने, ठीक है जी। यूटिलिटी सॉफ्टवेयर मतलब जिमें अपने एंटीवायरस वगैरह कह दी जिमें,
ठीक है। तो पेपर जे तुहानूं पुछ ले कि यूटिलिटी सॉफ्टवेयर दी एग्जाम्पल इन्हां विचों किहड़ी है, तो एक ऑप्शन पई होगी एंटीवायरस, ठीक है। तो इहदी एग्जाम्पल आ, ठीक है। इत्थों तक ही पुछ सकदा हो, क्योंकि ज़्यादा डीप नहीं पुछया जांदा कंप्यूटर का, ठीक है। पेपरां दे विच पंजाब दे विच ज़्यादा डीप नहीं पुछया जांदा। 6th क्वेश्चन है जी, इन विच मोड द कम्युनिकेशन चैनल इज यूजड इन बोथ डायरैक्शन एट द सेम टाइम। ਅਸੀਂ ਕੀ ਹੈ ਜੀ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਇੱਕੋ ਹੀ ਸਮੇਂ 'ਤੇ, ਤਾਂ ਉਹ ਕਿਹਦੀ ਐਗਜ਼ਾਮਪਲ ਆ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈਗਾ ਜੀ ਉਹ ਹੈਗਾ ਗਾ ਫੁੱਲ ਡੂਪਲੈਕਸ, ਠੀਕ ਹੈ। ਹੁਣ ਡੂਪਲੈਕਸ, ਸਿੰਪਲੈਕਸ, ਹਾਫ ਡੂਪਲੈਕਸ ਕਈ ਬੱਚੇ ਨਾਮ ਸੁਣ ਕੇ ਡਰ ਜਾਂਦੇ ਨੇ, ਹੈਗਾ ਕੁਝ ਵੀ ਨਹੀਂ ਇਹ 'ਚ। ਦੇਖੋ ਪਹਿਲੀ ਗੱਲ ਸਮਝੋ ਜੀ, ਤਿੰਨ ਤਰ੍ਹਾਂ ਦੇ ਹੁੰਦੇ ਨੇ ਜੀ, ਸਿੰਪਲੈਕਸ, ਹਾਫ ਡੂਪਲੈਕਸ ਤੇ ਫੁੱਲ ਡੂਪਲੈਕਸ। ਸਿੰਪਲੈਕਸ 'ਚ ਕੀ ਹੁੰਦਾ ਜੀ, ਬੇਸਿਕਲੀ ਇਹਦੇ 'ਚ ਡਾਇਰੈਕਸ਼ਨ ਹੈ ਜਿਹੜੀ ਉਹ ਇੱਕ ਮਤਲਬ ਇੱਕ ਡਾਇਰੈਕਸ਼ਨ ਵੱਲ ਚੱਲਦੀ ਹੈ। ਕੋਈ ਵੀ ਆਪਾਂ ਕਹਿ ਦਈਏ ਜਿਵੇਂ ਏ ਤੋਂ ਇਨਫੋਰਮੇਸ਼ਨ ਪਹੁੰਚਾਉਣੀ ਹੈ ਬੀ ਤੱਕ, ਤਾਂ ਉਹ ਕੀ ਹੈ ਜੀ, ਏ ਤੋਂ ਬੀ ਤੱਕ ਤਾਂ ਜਾਊਗੀ, ਪਰ ਬੀ ਤੋਂ ਈ ਤੱਕ ਏ ਤੱਕ ਨਹੀਂ ਆ ਸਕੂਗੀ, ਠੀਕ ਹੈ ਜੀ। ਸਿੰਪਲੈਕਸ ਦੇ ਵਿੱਚ ਜਿਵੇਂ ਹੁਣ ਆਪਾਂ ਕਹਿ ਦਈਏ ਕੀਬੋਰਡ ਹੈ ਜੀ, ਕੀਬੋਰਡ ਕਿਹਦੀ ਐਗਜ਼ਾਮਪਲ ਆ? ਸਿੰਪਲੈਕਸ ਦੀ ਐਗਜ਼ਾਮਪਲ ਆ। ਆਪਾਂ ਟਾਈਪ ਤਾਂ ਕਰ ਲੈਂਦੇ ਕੁਝ ਵੀ, ਠੀਕ ਹੈ, ਪਰ ਕੀਬੋਰਡ 'ਤੇ ਕੋਈ ਆਊਟਪੁੱਟ ਨਹੀਂ ਨਿਕਲਦੀ, ਤਾਂ ਉਹ ਕਿਹਦੀ ਕੈਟਾਗਰੀ ਦੇ ਵਿੱਚ ਆਉਂਦਾ? ਤਾਂ ਸਿੰਪਲੈਕਸ ਦੀ ਕੈਟਾਗਰੀ ਦੇ ਵਿੱਚ ਆਉਂਦਾ, ਪੇਪਰ 'ਚ ਪੁੱਛ ਸਕਦੇ ਨੇ, ਠੀਕ ਹੈ ਜੀ। ਹਾਫ ਡੂਪਲੈਕਸ ਕੀ ਹੈ ਜੀ, ਜਿਵੇਂ ਆਪਾਂ ਕਹਿ ਦਈਏ ਏ ਤੋਂ ਬੀ ਤੱਕ ਕੋਈ ਚੀਜ਼ ਪਹੁੰਚਾਉਣੀ ਹੈ, ਬਿਲਕੁਲ ਪਹੁੰਚ ਜੂ ਜੀ, ਅਤੇ ਬੀ ਤੋਂ ਏ ਤੱਕ ਪਹੁੰਚਾਉਣੀ ਹੈ, ਬਿਲਕੁਲ ਪਹੁੰਚ ਜੂ, ਠੀਕ ਹੈ। ਹਾਫ ਡੂਪਲੈਕਸ 'ਚ ਦੋਨੇ ਡਾਇਰੈਕਸ਼ਨਾਂ ਦੇ ਵਿੱਚ ਕੰਮ ਕਰਦਾ ਹਾਫ ਡੂਪਲੈਕਸ ਵੇਲੇ, ਠੀਕ ਹੈ, ਪਰ ਇੱਕੋ ਸਮੇਂ 'ਤੇ ਇੱਕੋ ਹੀ ਬੰਦਾ ਮਤਲਬ ਕਿ ਆਪਦੀ ਇਨਫੋਰਮੇਸ਼ਨ ਹੈ ਜਿਹੜੀ ਭੇਜ ਸਕਦਾ, ਠੀਕ ਹੈ। ਜਿਵੇਂ ਹੁਣ ਵਾਕੀ ਟੋਕੀ ਹੈ ਜੀ, ਠੀਕ ਹੈ। ਵਾਕੀ ਟੋਕੀ ਇੱਕ ਤਰ੍ਹਾਂ ਦਾ ਫੋਨ ਹੁੰਦਾ ਜੀ, ਮਤਲਬ ਸਿਕਿਉਰਿਟੀ ਗਾਰਡਸ ਕੋਲੇ ਹੁੰਦਾ, ਠੀਕ ਹੈ। ਤਾਂ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਉਹਦੇ 'ਚ ਕੀ ਹੁੰਦਾ ਬੇਸਿਕਲੀ, ਪਹਿਲਾਂ ਤੁਹਾਨੂੰ ਆਪਦੀ ਗੱਲ ਭੇਜਣੀ ਪੈਂਦੀ ਹੈ, ਉਨੇ ਦੇਰ ਤੱਕ ਕੀ ਹੈ ਜੀ ਦੂਜਾ ਬੰਦਾ ਰਿਪਲਾਈ ਨਹੀਂ ਕਰ ਸਕਦਾ ਜਿੰਨਾ ਚਿਰ ਪਹਿਲੇ ਬੰਦੇ ਦੀ ਜਿਹੜੀ ਗੱਲ ਆ ਉਹ ਕੰਪਲੀਟ ਨਹੀਂ ਹੁੰਦੀ, ਠੀਕ ਹੈ। ਤਾਂ ਹਾਫ ਡੂਪਲੈਕਸ ਦੀ ਜਿਹੜੀ ਐਗਜ਼ਾਮਪਲ ਆ ਉਹ ਕੀ ਹੈ ਜੀ, ਵਾਕੀ ਟੋਕੀ, ਠੀਕ ਹੈ ਜੀ। ਫੁੱਲ ਡੂਪਲੈਕਸ ਕੀ ਹੈ ਜੀ, ਜਿਵੇਂ ਆਪਣੇ ਫੋਨ ਨੇ, ਠੀਕ ਹੈ, ਆਪਾਂ ਕਹਿ ਦਈਏ ਮੋਬਾਈਲ ਫੋਨ ਨੇ, ਇਹਨਾਂ ਵਿੱਚ ਕੀ ਹੈ ਜੀ ਆਪਾਂ ਦੋਨੇ ਡਾਇਰੈਕਸ਼ਨਾਂ ਵੱਲ ਕੀ ਹੈ ਜੀ ਆਪਦਾ ਡਾਟਾ ਟਰਾਂਸਫਰ ਕਰ ਸਕਦੇ ਹਾਂ, ਠੀਕ ਹੈ। ਇੱਕੋ ਸਮੇਂ 'ਤੇ ਦੋ ਬੰਦੇ ਵੀ ਬੋਲ ਸਕਦੇ ਨੇ, ਠੀਕ ਹੈ। ਤਾਂ ਇਹ ਮੋਬਾਈਲ ਫੋਨ ਨੇ ਜਿਹੜੇ ਉਹ ਫੁੱਲ ਡੂਪਲੈਕਸ ਦੀ ਐਗਜ਼ਾਮਪਲ ਨੇ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੋ ਕੀ ਹੈ ਜੀ ਏ ਆਪਸ਼ਨ ਹੈ ਜਿਹੜਾ ਇਹਦਾ ਸਹੀ ਆਨਸਰ ਹੈ, ਠੀਕ ਹੈ ਜੀ। ਵਿਚ ਆਫ ਦਾ ਪ੍ਰਿੰਟਰਸ ਯੂਜ਼ ਇਨ ਕੰਜੰਕਸ਼ਨ ਵਿਦ ਕੰਪਿਊਟਰਸ ਯੂਜ਼ਸ ਡਰਾਈ ਇੰਕ ਪਾਊਡਰ। ਬੇਸਿਕਲੀ ਕੁਐਸਚਨ ਦਾ ਮਤਲਬ ਕੀ ਹੈ ਕਿ ਕਿਹੜੇ ਪ੍ਰਿੰਟਰ ਦੇ ਵਿੱਚ ਡਰਾਈ ਇੰਕ ਹੈ ਜਿਹੜੀ ਉਹ ਡਰਾਈ ਇੰਕ ਪਾਊਡਰ ਹੈ ਜਿਹੜਾ ਉਹ ਯੂਜ਼ ਹੁੰਦਾ ਹੈ, ਠੀਕ ਹੈ। ਤਾਂ ਕਈ ਬੱਚਿਆਂ ਨੇ ਦੇਖਿਆ ਹੋਊਗਾ ਜਿਵੇਂ ਹੁਣ ਕਈ ਫੋਟੋ ਸਟੇਟ ਵਾਲੀ ਮਸ਼ੀਨ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਨਾ ਜਾਂ ਪ੍ਰਿੰਟਰ ਕਹਿ ਦਈਏ ਆਪਾਂ, ਠੀਕ ਹੈ, ਉਹ 'ਚ ਨਾ ਇੰਕ ਪਾਊਡਰ ਪੈਂਦਾ ਹੁੰਦਾ, ਪਾਊਡਰ, ਠੀਕ ਹੈ। ਤਾਂ ਉਹ ਕਿਹੜਾ ਪ੍ਰਿੰਟਰ ਹੁੰਦਾ ਜੀ, ਲੇਜ਼ਰ ਪ੍ਰਿੰਟਰ ਹੁੰਦਾ। ਤਾਂ ਪੇਪਰ ਦੇ ਵਿੱਚ ਪੁੱਛ ਸਕਦਾ। ਤਾਂ ਸਿੱਧਾ ਸਿੱਧਾ ਕੁਐਸਚਨ ਆ ਜਾਊਗਾ, ਦੋ ਤਰ੍ਹਾਂ ਦੇ ਪ੍ਰਿੰਟਰ ਹੁੰਦੇ ਨੇ ਜੀ ਆਪਣੇ, ਇੱਕ ਹੁੰਦੇ ਨੇ ਜੀ ਇੰਪੈਕਟ ਪ੍ਰਿੰਟਰ, ਇੱਕ ਹੁੰਦੇ ਨੇ ਨੋਨ ਇੰਪੈਕਟ ਪ੍ਰਿੰਟਰ, ਠੀਕ ਹੈ, ਸੌਰੀ, ਇੱਕ ਹੁੰਦੇ ਨੇ ਇੰਪੈਕਟ ਪ੍ਰਿੰਟਰ, ਇੱਕ ਹੁੰਦੇ ਨੇ ਨੋਨ ਇੰਪੈਕਟ ਪ੍ਰਿੰਟਰ। ਪੂਰਾ ਲਿਖ ਦੇਣਾ ਮੈਂ, ਜੇ ਤੁਹਾਨੂੰ ਵੀਡੀਓ ਮਤਲਬ ਹੌਲੀ ਲੱਗਦੀ ਹੈ ਤਾਂ ਥੋੜ੍ਹਾ ਜਿਹਾ ਤੇਜ਼ ਕਰਕੇ ਵੀ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਇੰਪੈਕਟ ਪ੍ਰਿੰਟਰ ਅਤੇ ਨੋਨ ਇੰਪੈਕਟ ਪ੍ਰਿੰਟਰ। ਇੰਪੈਕਟ ਪ੍ਰਿੰਟਰ ਉਹ ਹੁੰਦੇ ਨੇ ਜਿਹੜੇ ਮਤਲਬ ਆਪਦੇ ਦਾਬ ਦੇ ਨਾਲ ਕੀ ਹੈ ਜੀ ਅੱਖਰ ਨੂੰ ਪਾਉਂਦੇ ਨੇ, ਠੀਕ ਹੈ। ਜਿਵੇਂ ਹੁਣ ਆਪਾਂ ਕਹਿ ਦਈਏ ਅੱਜ ਤੋਂ 15 ਸਾਲ ਪਹਿਲਾਂ ਕੀ ਹੈ ਜੀ ਟਾਈਪਿੰਗ ਮਸ਼ੀਨਾਂ ਹੁੰਦੀਆਂ ਸੀਗੀਆਂ, ਠੀਕ ਹੈ, ਹੱਥ ਨਾਲ ਮਤਲਬ ਕੀ ਕੰਪਿਊਟਰ 'ਤੇ ਨਹੀਂ ਹੁੰਦੀਆਂ ਸੀ, ਉਹ ਸਿੱਧੀਆਂ ਹੁੰਦੀਆਂ ਸੀ, ਉਹ ਪ੍ਰੈਸ ਕਰਦੇ ਸੀਗੇ ਉਹ, ਠੀਕ ਹੈ। ਤਾਂ ਉਹ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਤਾਂ ਪੇਪਰ 'ਚ ਪੁੱਛ ਸਕਦੇ ਨੇ ਇੰਪੈਕਟ ਪ੍ਰਿੰਟਰ ਦੀਆਂ ਕਿਹੜੀਆਂ ਕਿਹੜੀਆਂ ਟਾਈਪਸ ਨੇ। ਡੇਜ਼ੀ ਵੀਲ ਪ੍ਰਿੰਟਰ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ, ਠੀਕ ਹੈ ਜੀ। ਡਾਟ ਮੈਟ੍ਰਿਕਸ ਪ੍ਰਿੰਟਰ, ਠੀਕ ਹੈ, ਇਹ ਵੀ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ। ਅਤੇ ਇੱਕ ਤੁਹਾਡਾ ਡਰਮ ਪ੍ਰਿੰਟਰ, ਠੀਕ ਹੈ, ਇਹ ਵੀ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ। ਨੋਨ ਇੰਪੈਕਟ ਪ੍ਰਿੰਟਰ ਦੇ ਵਿੱਚ ਆਉਂਦੇ ਨੇ ਜੀ ਇੰਕਜੈਟ ਪ੍ਰਿੰਟਰ, ਠੀਕ ਹੈ ਜੀ, ਲੇਜ਼ਰ ਪ੍ਰਿੰਟਰ, ਠੀਕ ਹੈ ਜੀ, ਇੱਕ ਹੁੰਦਾ ਜੀ ਥਰਮਲ ਪ੍ਰਿੰਟਰ, ਠੀਕ ਹੈ ਜੀ। ਧਿਆਨ ਰੱਖਿਓ, ਨੋਨ ਇੰਪੈਕਟ ਪ੍ਰਿੰਟਰ ਦੇ ਵਿੱਚ ਇੰਕਜੈਟ ਪ੍ਰਿੰਟਰ, ਲੇਜ਼ਰ ਪ੍ਰਿੰਟਰ ਅਤੇ ਥਰਮਲ ਪ੍ਰਿੰਟਰ, ਠੀਕ ਹੈ ਜੀ। ਪ੍ਰਿੰਟਰ ਹੈ ਜਿਹੜਾ ਉਹ ਪੇਪਰ 'ਚ ਪੁੱਛ ਸਕਦਾ ਇਨਪੁਟ ਡਿਵਾਈਸ ਹੈ ਕਿ ਆਊਟਪੁੱਟ ਡਿਵਾਈਸ ਹੈ। ਤਾਂ ਪ੍ਰਿੰਟਰ ਹੈ ਜਿਹੜਾ ਉਹ ਕੀ ਹੈ ਜੀ
ਆਊਟਪੁੱਟ ਡਿਵਾਈਸ ਹੈ, ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਬਾਕੀ ਮੈਂ ਸਾਰੀਆਂ ਇਹਦੇ ਬਾਰੇ ਕੀ ਹੈ ਜੀ ਦੱਸ ਚੁੱਕਿਆ। ਤਾਂ ਡੇਜ਼ੀ ਵੀਲ ਪ੍ਰਿੰਟਰ ਇਜ਼ ਅ ਟਾਈਪ ਆਫ, ਦੇਖੋ ਜੀ ਇਹ ਕੁਐਸਚਨ ਫੇਰ ਪੁੱਛ ਲੈਣੇ, ਡੇਜ਼ੀ ਵੀਲ ਜਿਹੜਾ ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ, ਤਾਂ ਤੁਸੀਂ ਕਹੋਗੇ ਜੀ ਇੰਪੈਕਟ ਪ੍ਰਿੰਟਰ ਦੀ ਕੈਟੇਗਰੀ ਦੇ ਵਿੱਚ ਆਉਂਦਾ ਜੀ। ਟੂ ਕਨੈਕਟਸ ਨੈਟਵਰਕਸ ਆਫ ਸਿਮਿਲਰ ਪ੍ਰੋਟੋਕੋਲਸ ਡੈਸ਼ ਆਰ ਯੂਜ਼, ਦੋ ਨੈਟਵਰਕਾਂ ਨੂੰ, ਠੀਕ ਹੈ ਜੀ, ਜਿਨ੍ਹਾਂ ਦੇ ਸਿਮਿਲਰ ਪ੍ਰੋਟੋਕੋਲਸ ਨੇ ਉਹਨਾਂ ਨੂੰ ਕਿਹਦੇ ਰਾਹੀਂ ਕੀ ਹੈ ਜੀ ਜੋੜਿਆ ਜਾਂਦਾ, ਤਾਂ ਬ੍ਰਿਜਸ ਦੇ ਰਾਹੀਂ ਜੋੜਿਆ ਜਾਂਦਾ। ਠੀਕ ਹੈ, ਯਾਦ ਰੱਖਿਓ। ਦੇਖੋ ਨੈਟਵਰਕ ਡਿਵਾਈਸ ਦੀ ਕੈਟੇਗਰੀ ਪੇਪਰ 'ਚ ਪੁੱਛ ਸਕਦੇ ਨੇ ਕਿ ਇਹਨਾਂ ਵਿੱਚੋਂ ਦੱਸੋ ਕਿਹੜੇ ਨੈਟਵਰਕ ਡਿਵਾਈਸ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਜਿਵੇਂ ਆਪਾਂ ਕਹਿ ਦਈਏ ਹੱਬ, ਠੀਕ ਹੈ ਜੀ, ਹੱਬ ਕਾਹਦੀ ਕੈਟੇਗਰੀ ਦੇ ਵਿੱਚ ਆਉਂਦੀ ਹੈ, ਇਹ ਵੀ ਨੈਟਵਰਕ ਡਿਵਾਈਸ ਹੈ। ਠੀਕ ਹੈ, ਸਵਿਚ, ਠੀਕ ਹੈ ਜੀ, ਇਹ ਵੀ ਨੈਟਵਰਕ ਡਿਵਾਈਸ ਹੈ। ਰਿਪੀਟਰ, ਇਹ ਵੀ ਕੀ ਹੈ ਜੀ ਨੈਟਵਰਕ ਡਿਵਾਈਸ ਹੈ। ਤਾਂ ਇੰਨੇ ਕੁ ਯਾਦ ਰੱਖ ਲਿਓ ਜੀ। ਠੀਕ ਹੈ, ਤਾਂ ਇਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਬਾਅਦ 'ਚੋਂ ਕਰ ਲਾਂਗੇ, ਫਿਰ ਸੈਸ਼ਨ ਲੰਬਾ ਹੋ ਜਾਂਦਾ ਥੋੜ੍ਹਾ ਜਿਹਾ। ਬਰਾਊਜ਼ਰ ਆਰ ਕਲਾਸੀਫਾਈਡ ਇਨ ਟੂ ਟਾਈਪਸ, ਬਰਾਊਜ਼ਰਸ ਨੇ ਜਿਹੜੇ ਉਹ ਦੋ ਟਾਈਪ ਦੇ ਨਾਲ ਕੀ ਹੈ ਜੀ ਵੰਡੇ ਜਾ ਸਕਦੇ ਨੇ। ਤਾਂ ਉਹ ਕਿਹੜੀ ਟਾਈਪ ਦੇ ਨਾਲ ਵੰਡੇ ਜਾ ਸਕਦੇ ਨੇ, ਤਾਂ ਗ੍ਰਾਫਿਕਲ ਵੀ ਹੋ ਸਕਦੇ ਨੇ ਅਤੇ ਟੈਕਸਟ ਵੀ ਹੋ ਸਕਦੇ ਨੇ। ਸਿੱਧਾ ਆਨਸਰ ਹੈ ਜੀ ਏ ਆਪਸ਼ਨ ਇਹਦਾ ਸਹੀ ਆਨਸਰ ਹੈ। A protocol that allows a user to log on to a remote computer, which is also known as remote login, is dash। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਰਿਮੋਟ ਲੌਗਇਨ ਦੇ ਨਾਲ ਅਸੀਂ ਕੀ ਹੈ ਜੀ ਕੀ ਹੈ ਰਿਮੋਟ ਕੰਪਿਊਟਰ ਕੀ ਹੈ ਅਲਾਓ ਕਰਦਾ ਪ੍ਰੋਟੋਕੋਲ, ਉਹ ਕਿਹੜਾ ਪ੍ਰੋਟੋਕੋਲ ਹੈ ਜੀ, ਉਹ ਹੈਗਾ ਟੈਲਨੈਟ। ਟੈਲਨੈਟ ਇਹਦਾ ਜਿਹੜਾ ਸਹੀ ਆਨਸਰ ਹੈ ਜੀ। ਟੈਲਨੈਟ ਦੀ ਫੁੱਲ ਫਾਰਮ ਕੀ ਹੈ ਜੀ, ਟੈਲੀ ਕਮਿਊਨੀਕੇਸ਼ਨ ਨੈਟਵਰਕ। ਠੀਕ ਹੈ, ਯਾਦ ਰੱਖਿਓ ਟੈਲੀ ਕਮਿਊਨੀਕੇਸ਼ਨ ਨੈਟਵਰਕ ਇਹਦੀ ਕੀ ਹੈ ਜੀ ਫੁੱਲ ਫਾਰਮ ਹੈ। FTP ਦੀ ਪੇਪਰ 'ਚ ਫੁੱਲ ਫਾਰਮ ਪੁੱਛੇ ਜੀ ਤਾਂ ਤੁਸੀਂ ਕਹੋਗੇ ਜੀ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਠੀਕ ਹੈ, HTTP ਦੀ ਫੁੱਲ ਫਾਰਮ ਕੀ ਹੈ ਜੀ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਠੀਕ ਹੈ, ਯਾਦ ਰੱਖਿਓ ਕਈ ਵਾਰ ਇਹਦੇ ਨਾਲ S ਵੀ ਲੱਗਿਆ ਮਿਲ ਜਾਂਦਾ। ਠੀਕ ਹੈ ਜੀ, ਜਦੋਂ S ਲੱਗਿਆ ਮਿਲੇ ਤਾਂ ਪੇਪਰ 'ਚ ਪੁੱਛ ਸਕਦਾ S ਤੋਂ ਕੀ ਭਾਵ ਹੈ ਜੀ, S ਦੀ ਫੁੱਲ ਫਾਰਮ ਕੀ ਹੈ ਸਿਕਿਉਰ। ਠੀਕ ਹੈ, ਇੰਪੋਰਟੈਂਟ ਹੈ ਜੀ। ਹੋਮ ਪੇਜ ਇਜ਼ ਆਲਸੋ ਨੋਨ ਐਜ਼, ਹੋਮ ਪੇਜ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ, ਤਾਂ A ਆਪਸ਼ਨ ਇੰਡੈਕਸ ਪੇਜ ਵੀ ਕੀ ਹੈ ਜੀ ਕਿਹਾ ਜਾਂਦਾ ਹੋਮ ਪੇਜ ਨੂੰ। ਠੀਕ ਹੈ ਜੀ, ਤਾਂ ਇੱਥੇ ਆਪਾਂ ਆਪਣੇ ਸੈਸ਼ਨ ਦਾ ਜਿਹੜਾ ਅੰਤ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਅਤੇ ਸਪੋਰਟ ਜ਼ਰੂਰ ਕਰਿਓ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ।